आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का सफर तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਮਹਾਨ ਸੁਤੰਤਰਤਾ ਸੈਨਾਨੀ ਸੈਫੂਦੀਨ ਕਿਚਲੂ ਤੇ ਸਤਿਆਵਤੀ ਦੇਵੀ ਬਾਰੇ ਦੱਸਾਂਗੇ। ਪੇਸ਼ ਹੈ ਇੱਕ ਰਿਪੋਰਟ। ਅੱਜ ਮਹਾਨ ਸੁਤੰਤਰਤਾ ਸੈਨਾਨੀ ਸੈਫੂਦੀਨ ਕਿਚਲੂ ਦੀ ਬਰਸੀ ਏ। ਉਹ 1919 ਦੇ ਕਠੋਰ ਰੋਲੇਟ ਐਕਟ ਦੇ ਵਿਰੋਧ ਵਿੱਚ ਜਲਿਆਂਵਾਲਾ ਬਾਗ ਪ੍ਰਦਰਸ਼ਨ ਦੇ ਨਾਇਕ ਸਨ। ਡਾਕਟਰ ਕਿਚਲੂ ਨੌਜਵਾਨ ਭਾਰਤ ਸਭਾ ਦੇ ਬਾਨੀ ਮੈਂਬਰ ਸਨ, ਜਿਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਅਤੇ ਨੌਜਵਾਨ ਭਾਰਤੀਆਂ ਨੂੰ ਰਾਸ਼ਟਰੀ ਅੰਦੋਲਨ ਲਈ ਪ੍ਰੇਰਿਤ ਕੀਤਾ। ਡਾਕਟਰ ਕਿਚਲੂ ਦਾ ਜਨਮ 15 ਜਨਵਰੀ 1888 ਨੂੰ ਕਸ਼ਮੀਰੀ ਪਰਿਵਾਰ ਵਿੱਚ ਹੋਇਆ ਸੀ, ਜੋ ਅੰਮ੍ਰਿਤਸਰ ਵਿੱਚ ਵਸ ਗਿਆ। ਹੋਸ਼ਿਆਰ ਬੁੱਧੀ ਕਿਚਲੂ ਨੇ ਲੰਡਨ ਦੀ ਕੈਂਬਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਤੇ ਜਰਮਨੀ ਤੋਂ PhD ਪੂਰੀ ਕੀਤੀ। ਕੈਂਬਰਿਜ ਦੇ ਦਿਨਾਂ ਤੋਂ ਹੀ ਇਨਕਲਾਬੀ ਵਿਚਾਰਧਾਰਾ ਪ੍ਰਤੀ ਆਕਰਸ਼ਿਤ ਹੋਣ ਲੱਗੇ ਸਨ ਅਤੇ ਮਜਲਿਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲੱਗੇ ਸਨ। ਮਜਲਿਸ ਭਾਰਤੀ ਵਿਦਿਆਰਥੀਆਂ ਦੀ ਸੁਸਾਇਟੀ ਸੀ, ਜੋ ਭਾਰਤ ਦੀ ਬਸਤੀਵਾਦ ਕਾਰਨ ਮਾੜੀ ਹਾਲਤ ਤੇ ਚਰਚਾ ਕਰਦੀ ਸੀ। ਇਨ੍ਹਾਂ ਸਭਾਵਾਂ ਸਦਕਾ ਹੀ ਉਹਨਾਂ ਦੀ ਮੁਲਾਕਾਤ ਭਾਰਤ ਦੇ ਜਵਾਹਰ ਲਾਲ ਨਹਿਰੂ ਨਾਲ ਹੋਈ। ਕਿਚਲੂ 1913 ਵਿੱਚ ਭਾਰਤ ਆ ਗਏ ਅਤੇ ਅੰਮ੍ਰਿਤਸਰ ਵਿੱਚ ਵਕਾਲਤ ਕਰਨ ਲੱਗ ਪਏ। ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੀ ਮੁਖੀ ਪ੍ਰੋਫੈਸਰ ਅਮਨਦੀਪ ਬੱਲ ਕਹਿੰਦੀ ਏ ਕਿ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਰਾਸ਼ਟਰ ਦੇ ਪ੍ਰਤੀ ਡਾਕਟਰ ਕਿਚਲੂ ਦਾ ਸਮਰਪਣ ਅਤੇ ਪਿਆਰ बहुत परवान चढ़िया। डॉक्टर सैफुद्दीन किचलू जब आए तो उन्होंने आके देखा कि अगर हमें हिंदुस्तान को आगे लेके जाना है तो हमें मिलके काम करना चाहिए। यही वजह थी कि अगले दिनों में उन्होंने काफी सारी ऐसी एक्टिविटीज में पार्टिसिपेट किया कि यहाँ पे ये चीजें प्रमोट हो जाए। ਕਿਚਲੂ ਮਹਾਤਮਾ ਗਾਂਧੀ ਅਤੇ ਰਾਸ਼ਟਰੀ ਅੰਦੋਲਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ। ਇਸ ਦੇ ਲਈ ਉਹਨਾਂ ਨੇ ਵਕਾਲਤ ਵੀ ਛੱਡ ਦਿੱਤੀ। ਮਾਰਚ 1919 ਵਿੱਚ ਇੰਪੀਰੀਅਲ ਲੈਜਿਸਲੇਟਿਵ ਕਾਉਂਸਲ ਨੇ ਰੋਲੇਟ ਐਕਟ ਪਾਸ ਕੀਤਾ, ਜਿਸ ਦੇ ਤਹਿਤ ਸਰਕਾਰ ਨੂੰ ਬਿਨਾਂ ਮੁਕੱਦਮਾ ਚਲਾਏ ਲੋਕਾਂ ਨੂੰ ਜੇਲ੍ਹ ਭੇਜਣ ਦਾ ਅਧਿਕਾਰ ਮਿਲ ਗਿਆ ਸੀ। ਇਸ ਦਾ ਜ਼ਬਰਦਸਤ ਵਿਰੋਧ ਹੋਇਆ ਤੇ ਇਸ ਅਤਿਆਚਾਰੀ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਅੰਦੋਲਨ ਸ਼ੁਰੂ ਹੋ ਗਿਆ। ਡਾਕਟਰ ਸੈਫੂਦੀਨ ਕਿਚਲੂ ਉਹਨਾਂ ਨੇਤਾਵਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ। 30 ਮਾਰਚ 1919 ਨੂੰ ਉਹਨਾਂ ਦੀ ਜਨ ਸਭਾ ਵਿੱਚ ਤਕਰੀਬਨ 30,000 ਲੋਕ ਸ਼ਾਮਲ ਹੋਏ। ਇਸ ਸਭਾ ਵਿੱਚ ਕਿਚਲੂ ਵੱਲੋਂ ਦਿੱਤੇ ਗਏ ਭਾਸ਼ਣ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਪ੍ਰੋਫੈਸਰ ਅਮਨਦੀਪ ਬੱਲ ਕਹਿੰਦੇ ਨੇ ਕਿ ਡਾਕਟਰ ਕਿਚਲੂ ਬੇਹੱਦ ਪ੍ਰਭਾਵਸ਼ਾਲੀ ਸਪੀਕਰ ਸਨ। 9 ਅਪ੍ਰੈਲ 1919 ਨੂੰ ਡਾਕਟਰ ਕਿਚਲੂ ਤੇ ਡਾਕਟਰ ਸਤਿਆਪਾਲ ਨੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਸਰਕਾਰ ਵਿਰੋਧੀ ਜਲੂਸ ਕੱਢਿਆ। ਦੋਹਾਂ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਧਰਮਸ਼ਾਲਾ ਵਿੱਚ ਕੈਦ ਕਰ ਦਿੱਤਾ ਗਿਆ। 13 ਅਪ੍ਰੈਲ 1919 ਨੂੰ ਡਾਕਟਰ ਕਿਚਲੂ ਤੇ ਡਾਕਟਰ ਸਤਿਆਪਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਜਲਿਆਂਵਾਲਾ ਬਾਗ ਵਿੱਚ ਸਭਾ ਹੋਈ। ਬੈਠਕ ਚੱਲ ਹੀ ਰਹੀ ਸੀ ਕਿ ਬ੍ਰਿਗੇਡੀਅਰ ਜਨਰਲ ਡਾਇਰ ਨੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਪੁਲਿਸ ਨੇ ਭੀੜ ਉੱਤੇ 1650 ਗੋਲੀਆਂ ਦਾਗੀਆਂ। ਕਾਂਗਰਸ ਅਨੁਸਾਰ ਉਸ ਗੋਲੀਬਾਰੀ ਵਿੱਚ ਤਕਰੀਬਨ 1000 ਲੋਕ ਮਾਰੇ ਗਏ। ਸਰਕਾਰ ਨੇ ਡਾਕਟਰ ਕਿਚਲੂ ਨੂੰ ਦਸੰਬਰ 1919 ਵਿੱਚ ਰਿਹਾ ਕਰ ਦਿੱਤਾ। ਉਹ ਫਿਰਕੂ ਸਦਭਾਵਨਾ ਦੇ ਹਮਾਇਤੀ ਸਨ ਤੇ ਧਾਰਮਿਕ ਆਧਾਰ ਤੇ ਵੰਡ ਦੇ ਵਿਰੋਧੀ। ਉਹ 1952 ਵਿੱਚ ਲੈਨਿਨ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਸਨ। ਦਿਲ ਦਾ ਦੌਰਾ ਪੈਣ ਨਾਲ ਡਾਕਟਰ ਕਿਚਲੂ ਦਾ 9 ਅਕਤੂਬਰ 1963 ਨੂੰ ਦੇਹਾਂਤ ਹੋ ਗਿਆ। ਅੱਜ ਦੇ ਹੀ ਦਿਨ 1942 ਵਿੱਚ ਪੰਜਾਬ ਦੀ ਸੁਤੰਤਰਤਾ ਸੈਨਾਨੀ ਸਤਿਆਵਤੀ ਦੇਵੀ ਨੇ ਲਾਹੌਰ ਜੇਲ੍ਹ ਵਿੱਚ ਅੰਗਰੇਜ਼ੀ ਝੰਡਾ ਹਟਾ ਕੇ ਕਾਂਗਰਸ ਦਾ ਝੰਡਾ ਲਗਾਉਣ ਦਾ ਹਿੰਮਤ ਭਰਿਆ ਕਾਰਨਾਮਾ ਕੀਤਾ ਸੀ। ਬਿਜਲੀ ਜਾਂ ਮਾਤਾ ਜੀ ਦੇ ਨਾਂ ਨਾਲ ਲੋਕਪ੍ਰਿਯ ਸਤਿਆਵਤੀ ਦੇਵੀ ਨੂੰ ਉਹਨਾਂ ਦੇ 3 ਬੱਚਿਆਂ ਨਾਲ 26 ਅਗਸਤ 1942 ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜੇਲ੍ਹ ਵਿੱਚ ਉਹਨਾਂ ਨੇ ਰਾਜਨੀਤਿਕ ਕੈਦੀਆਂ ਦੀ ਮਾੜੀ ਹਾਲਤ ਦਾ ਵਿਰੋਧ ਕੀਤਾ। 9 ਅਕਤੂਬਰ 1942 ਨੂੰ ਸਵੇਰੇ 5 ਵਜੇ ਉਹਨਾਂ ਨੇ ਆਪਣੇ ਸਾਥੀ ਕੈਦੀਆਂ ਨੂੰ ਇਕੱਠਾ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਔਰਤਾਂ ਦੀ ਜੇਲ੍ਹ ਤੇ ਲੱਗਿਆ ਬ੍ਰਿਟਿਸ਼ ਯੂਨੀਅਨ ਜੈਕ ਉਤਾਰ ਦਿੱਤਾ ਤੇ ਕਾਂਗਰਸ ਦਾ ਝੰਡਾ ਲਹਿਰਾ ਦਿੱਤਾ। ਉਹਨਾਂ ਨੂੰ ਅੱਡ ਰੱਖਿਆ ਗਿਆ। ਪਰ ਉਹਨਾਂ ਦੇ ਅੰਦੋਲਨ ਦਾ ਨਤੀਜਾ ਉਸ ਵੇਲੇ ਸਾਹਮਣੇ ਆਇਆ ਜਦੋਂ ਅੰਗਰੇਜ਼ ਅਧਿਕਾਰੀ ਆਖਰਕਾਰ ਲਾਹੌਰ ਜੇਲ੍ਹ ਵਿੱਚ ਰਾਜਨੀਤਿਕ ਕੈਦੀਆਂ ਦੀ ਹਾਲਤ ਸੁਧਾਰਨ ਲਈ ਤਿਆਰ ਹੋ ਗਏ। ਸਤਿਆਵਤੀ ਦੇਵੀ ਸਵਾਮੀ ਸ਼ਰਧਾਨੰਦ ਜੀ ਦੀ ਪੋਤੀ ਸੀ। ਸਾਬਕਾ ਉਪ ਰਾਸ਼ਟਰਪਤੀ ਕ੍ਰਿਸ਼ਨ ਕਾਂਤ ਉਹਨਾਂ ਦੇ ਬੇਟੇ ਸਨ। ਉਹ ਭਗਤ ਸਿੰਘ ਜੀ ਨੂੰ ਅਕਸਰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦੇ ਸਨ। ਉਹਨਾਂ ਦੇ ਪਤੀ ਲਾਲਾ ਅਚਿੰਤ ਰਾਮ ਨੂੰ ਪੰਜਾਬ ਦਾ ਗਾਂਧੀ ਵੀ ਕਿਹਾ ਜਾਂਦਾ ਏ। ਜਿਸ ਰਾਤ ਰਾਸ਼ਟਰਵਾਦੀ ਨੇਤਾ ਚੰਦਰ ਸ਼ੇਖਰ ਆਜ਼ਾਦ ਨੇ ਲਾਹੌਰ ਛੱਡਿਆ, ਉਸ ਰਾਤ ਉਹ ਸਤਿਆਵਤੀ ਦੇ ਘਰ ਹੀ ਠਹਿਰੇ ਸਨ। 26 ਅਕਤੂਬਰ 2010 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਦਿੱਲੀ ਯੂਨੀਵਰਸਿਟੀ ਕਾਲਜ ਦਾ ਨਾਂ ਸਤਿਆਵਤੀ ਕਾਲਜ ਇਸੇ ਮਹਾਨ ਸੁਤੰਤਰਤਾ ਸੈਨਾਨੀ ਦੇ ਨਾਂ ਤੇ ਹੀ ਰੱਖਿਆ ਗਿਆ ਹੈ।